सरकार ਨੂੰ ਇਹ ਪਰਖ ਨਹੀਂ ਕਰਨੀ ਚਾਹੀਦੀ ਸੀ। ਜੇ ਦੇਸ਼ ਦੇ ਸਾਰੇ ਕਿਸਾਨ ਕਹਿੰਦੇ ਆ ਕਿ ਇਹ ਮਾਰੂ ਹੈ ਕਿਸਾਨਾਂ ਨੂੰ ਇਹ ਕਾਨੂੰਨ, ਤਾਂ ਫਿਰ ਭਾਰਤ ਸਰਕਾਰ ਦੇ ਕੰਨ ਖੁੱਲ੍ਹਣੇ ਚਾਹੀਦੇ ਆ, ਭਾਰਤ ਸਰਕਾਰ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਕਿ ਜੇ ਇਹ ਦੁਨੀਆ ਭਰ ਦੇ ਲੋਕ ਕਹਿ ਰਹੇ ਆ, ਇਹਦਾ ਮਤਲਬ ਕਿ ਅਸੀਂ ਗਲਤ ਕੀਤਾ। ਇਹਦੇ ਵਿੱਚ ਉਹਨਾਂ ਦਾ ਈਗੋ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਜੋ ਕਰ ਦਿੱਤਾ ਅਸੀਂ ਵਾਪਸ ਨਹੀਂ ਲੈ ਸਕਦੇ, ਇੰਨੀ ਜਿੱਦ ਨਹੀਂ ਕਰਨੀ ਚਾਹੀਦੀ, ਇੰਨਾ ਅੜੀਅਲ ਵਤੀਰਾ ਨਹੀਂ ਹੋਣਾ ਚਾਹੀਦਾ। ਸੰਘਰਸ਼ ਜਿਹੜੇ ਪੰਜਾਬੀ ਲੜਦੇ ਆ, ਖਾਸ ਕਰਕੇ ਦੇਸ਼ ਵਾਸੀ ਲੜਦੇ ਆ, ਜਿਹੜੇ ਸਿੱਖ ਲੜਦੇ ਆ, ਮੈਂ ਇਹ ਕਹਿ ਸਕਦੀ ਹਾਂ ਕਿ ਕੋਈ ਸੰਘਰਸ਼ ਇਹਨਾਂ ਨੇ ਫਤਿਹ ਤੋਂ ਬਗੈਰ ਨਹੀਂ ਛੱਡਿਆ। ਜਿਹੜੇ ਲੋਕ ਕਹਿੰਦੇ ਸੀ ਇਤਿਹਾਸ ਖਤਮ ਹੋ ਗਿਆ ਲੋਕਾਂ ਦੇ ਦਿਲਾਂ ਵਿੱਚੋਂ, ਜਿਹੜੇ ਕਹਿੰਦੇ ਸੀ ਬਾਣੀ ਖਤਮ ਹੋ ਗਈ ਲੋਕਾਂ ਦੇ ਦਿਲਾਂ ਵਿੱਚੋਂ, ਜਿਹੜੇ ਕਹਿੰਦੇ ਸੀ ਨਸ਼ੇੜੀ ਹੋ ਗਏ ਪੰਜਾਬੀ ਸਾਰੇ, ਮੇਰਾ ਖਿਆਲ ਹੈ ਕਿ ਅੱਜ ਇਸ ਸੰਘਰਸ਼ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਪੰਜਾਬੀ ਉਹੀ ਯੋਧੇ ਨੇ, ਉਹੀ ਅਣਖੀ ਨੇ, ਉਹੀ ਗੈਰਤਮੰਦ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਚੰਗਾ ਉਪਰਾਲਾ ਹੈ ਕਿ 1-1 ਲੱਖ ਦੀ ਮਦਦ ਕੀਤੀ ਜਾ ਰਹੀ ਹੈ। ਜਿਹੜੇ ਇੱਥੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਵੀ ਅੱਗੇ ਭਵਿੱਖ ਦੇ ਵਿੱਚ ਕੁਝ ਕਰਨ ਦੀ ਯੋਜਨਾ ਹੈ। ਦੇਖੋ, ਸਿੱਖ ਧਰਮ ਵਿੱਚ ਖੁਦਕੁਸ਼ੀ ਦਾ ਕੋਈ ਥਾਂ ਨਹੀਂ। ਸਿੱਖ ਧਰਮ ਖੁਦਕੁਸ਼ੀ ਨੂੰ ਪ੍ਰਵਾਨ ਨਹੀਂ ਕਰਦਾ। ਜੇ ਉਹ ਕਿਸੇ ਮੁਸ਼ਕਿਲ ਵਿੱਚ ਪੈ ਕੇ ਸਰਕਾਰੀ ਤੌਰ ਤੇ ਤਸ਼ੱਦਦ ਕਰਕੇ ਚੱਲਦੀ ਹੈ ਤੇ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕਹਿੰਦੇ ਵੀ ਸ਼੍ਰੋਮਣੀ ਕਮੇਟੀ ਜੇਕਰ ਬਾਦਲਾਂ ਦੇ ਜਿਹੜਾ ਭਾਸ਼ਣ ਵਾਸਤੇ ਕਰੋੜਾਂ ਰੁਪਈਆ ਸਟੇਜ ਤੇ ਖਰਚ ਸਕਦੀ ਹੈ, ਤੇ ਇਸ ਮੌਕੇ ਤੇ ਕਿਸਾਨਾਂ ਦੇ ਲਈ ਉੱਥੇ ਪੱਕੇ ਤੌਰ ਤੇ ਟੈਂਟ ਕਿਉਂ ਨਹੀਂ ਲਗਾ ਦਿੱਤੇ ਜਾਂਦੇ, ਉਹਨਾਂ ਦੀ ਮੁਸ਼ਕਲ ਦਾ ਜਿਹੜਾ ਹੱਲ ਹੋ ਸਕਦਾ। ਚਲੋ, ਮੈਂ ਜਵਾਬ ਨਹੀਂ ਜੀ ਇਸ ਗੱਲ ਦਾ। ਮੈਂ ਇਸ ਮੌਕੇ ਦੇ ਉੱਤੇ ਕਿਸੇ ਨੂੰ ਦੁਬਦਾ ਚ ਨਹੀਂ ਪੈਣਾ। ਅਰਦਾਸ ਕੀਤੀ ਗਈ ਹੈ ਗੁਰੂ ਘਰ ਤੋਂ ਕਿ ਕਿਸਾਨ ਚੜ੍ਹਦੀ ਕਲਾ ਦੇ ਵਿੱਚ ਸਰਕਾਰ ਦੇ ਨਾਲ ਜਿਹੜਾ ਹੈ ਉਹ ਟੱਕਰ ਲੈ ਸਕਣ, ਤੇ ਨਾਲ ਜਿੰਨੇ ਵੀ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਵਾ ਸਕਣ। ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕਿਹੜੇ ਉਦਮ ਉਪਰਾਲੇ ਕੀਤੇ ਜਾ ਰਹੇ ਨੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਮਨੁੱਖਤਾ ਦੀ ਭਲਾਈ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ, ਕਿਉਂਕਿ ਸੰਸਥਾ ਬਣੀ ਇਸੇ ਕਰਕੇ ਹੈ, ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ, ਮਨੁੱਖਤਾ ਦੀ ਸੇਵਾ ਸੰਭਾਲ ਕਰਨੀ, ਮਨੁੱਖਤਾ ਦੀ ਇਨਸਾਨ ਦੀ ਜ਼ਿੰਦਗੀ ਨੂੰ ਹੋਰ ਪ੍ਰਫੁੱਲਿਤ ਕਰਨ ਵਾਸਤੇ ਆਪਣਾ ਯੋਗਦਾਨ ਪਾਉਣਾ। ਕਿਉਂਕਿ ਕਿਸਾਨ ਜਿਹੜਾ ਸਾਡੀ ਰੀੜ੍ਹ ਦੀ ਹੱਡੀ ਹੈ, ਦੇਸ਼ ਦਾ ਅੰਨਦਾਤਾ ਹੈ। ਸੰਸਾਰ ਦੇ ਸਾਰੇ ਲੋਕ ਢਿੱਡ ਹੀ ਤਾਂ ਭਰ ਸਕਦੇ ਆ ਜੇ ਕਿਸਾਨ ਆਪਣੇ ਖੇਤਾਂ ਵਿੱਚ ਹਲ ਵਾਹ ਕੇ ਖੇਤੀ ਕਰਕੇ ਉਪਜ ਪੈਦਾ ਕਰੇ, ਫਸਲ ਪੈਦਾ ਕਰੇ, ਫਿਰ ਕਿਤੇ ਜਾ ਕੇ ਇਹ ਦੇਸ਼ ਦੀ ਜਿਹੜੀ ਸੰਸਾਰ ਦੀ ਦੁਨੀਆ ਉਹ ਜਿਉਂਦੀ ਰਹਿ ਸਕਦੀ ਹੈ। ਹੁਣ ਅੱਜ ਜਿਹੜਾ ਦੇਖਣ 'ਚ ਆ ਰਿਹਾ ਕਿ ਬੜੇ ਚਿਰਾਂ ਤੋਂ, ਬੜੇ ਲੰਬੇ ਸਮੇਂ ਤੋਂ ਕਈ ਐਸੇ ਕਾਨੂੰਨ ਬਣਦੇ ਆਏ ਹੈ ਜਿਹਦੇ ਨਾਲ ਕਿਸਾਨਾਂ ਉੱਤੇ ਵੀ ਅਤੇ ਆਮ ਲੋਕਾਂ ਉੱਤੇ ਬੜਾ ਵੱਡਾ ਬੋਝ ਵੀ ਪੈਂਦਾ, ਬੜੀਆਂ ਵੱਡੀਆਂ ਤਕਲੀਫਾਂ ਵੀ ਆਉਂਦੀਆਂ, ਬੜੀਆਂ ਵੱਡੀਆਂ ਪਰੇਸ਼ਾਨੀਆਂ ਵੀ ਆਈਆਂ। ਤਾਈਓ ਕਰਕੇ ਤੇ ਵੱਧ ਅਧਿਕਾਰ ਜਿੱਥੇ ਸਟੇਟਾਂ ਵਾਲੇ ਮੰਗਦੇ ਹੈ, ਉੱਥੇ ਨਾਲ ਅੱਜ ਦਾ ਜਿਹੜਾ ਭਾਰਤ ਸਰਕਾਰ ਨੇ ਕਾਨੂੰਨ ਪਾਸ ਕੀਤੇ ਹੈ, ਇਹ ਸਾਰੇ ਆਵਾਮ ਨੂੰ ਸਮਝ ਆ ਗਏ ਹੈ ਕਿ ਜਦੋਂ ਹਰ ਇੱਕ ਨੇ ਪੜ੍ਹਿਆ, YouTube ਤੋਂ ਕੱਢ ਕੇ ਪੜ੍ਹਿਆ ਜਾਂ ਸੋਸ਼ਲ ਮੀਡੀਆ ਰਾਹੀਂ ਸੁਣਿਆ ਜਾਂ ਕੋਈ ਅਖਬਾਰਾਂ 'ਚ ਪੜ੍ਹਿਆ, ਜਿਨ੍ਹਾਂ ਲੋਕਾਂ ਨੇ ਇਸ ਕਾਲੇ ਕਾਨੂੰਨ ਨੂੰ ਪੜ੍ਹਿਆ, UNO ਤੱਕ। ਦੇਖੋ, ਆਮ ਕਿਸਾਨ ਤੇ ਖੇਤਾਂ ਵਿੱਚ ਬੈਠਾ ਸਮਝ ਗਿਆ, ਪਰ ਜਿਹੜੇ UNO ਵਿੱਚ ਬੈਠੇ ਲੋਕ ਹੈ ਉਹਨਾਂ ਨੇ ਤਾਂ ਅਕਸਰ ਉਹੀ ਕਾਨੂੰਨ ਪੜ੍ਹਿਆ ਨਾ ਜਿਹੜਾ ਕਾਨੂੰਨ ਭਾਰਤ ਸਰਕਾਰ ਨੇ ਬਣਾਇਆ। ਜੇ UNO ਵਰਗੀ ਸੰਸਥਾ ਵਿੱਚ ਵੀ ਇਸ ਦੀ ਨਿੰਦਾ ਕੀਤੀ ਜਾਵੇ, ਇਹਨੂੰ ਰੱਦ ਕਰਨ ਵਾਸਤੇ ਕਿਹਾ ਜਾਵੇ, ਜਾਂ ਵਰਲਡ ਵਿੱਚ ਬੈਠੇ ਸਾਰੇ ਲੋਕ ਵਿਦਵਾਨ ਪੜ੍ਹੇ ਲਿਖੇ ਜਾਂ ਜਿੰਨੇ ਵੀ ਕੋਈ ਮੈਂਬਰ ਪਾਰਲੀਮੈਂਟ ਜਾਂ ਸਰਕਾਰਾਂ ਨਾਲ ਸੰਬੰਧਿਤ ਲੋਕ ਹੈ, ਜੇ ਉਹ ਵੀ ਪੜ੍ਹ ਕੇ ਕਹਿੰਦੇ ਆ ਕਿ ਇਹ ਕਾਲਾ ਕਾਨੂੰਨ ਬੜਾ ਖਤਰਨਾਕ ਹੈ, ਜੇ ਦੇਸ਼ ਦੇ ਸਾਰੇ ਕਿਸਾਨ ਕਹਿੰਦੇ ਆ ਕਿ ਇਹ ਮਾਰੂ ਹੈ ਕਿਸਾਨਾਂ ਨੂੰ ਇਹ ਕਾਨੂੰਨ, ਤਾਂ ਫਿਰ ਭਾਰਤ ਸਰਕਾਰ ਦੇ ਕੰਨ ਖੁੱਲ੍ਹਣੇ ਚਾਹੀਦੇ ਹੈ, ਭਾਰਤ ਸਰਕਾਰ ਦੀਆਂ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਕਿ ਜੇ ਇਹ ਦੁਨੀਆ ਭਰ ਦੇ ਲੋਕ ਕਹਿ ਰਹੇ ਆ, ਇਹਦਾ ਮਤਲਬ ਕਿ ਅਸੀਂ ਗਲਤ ਕੀਤਾ। ਇਹਦੇ ਵਿੱਚ ਉਹਨਾਂ ਦਾ ਈਗੋ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਜੋ ਕਰ ਦਿੱਤਾ ਅਸੀਂ ਵਾਪਸ ਨਹੀਂ ਲੈ ਸਕਦੇ, ਇੰਨੀ ਜਿੱਦ ਨਹੀਂ ਕਰਨੀ ਚਾਹੀਦੀ, ਇੰਨਾ ਅੜੀਅਲ ਵਤੀਰਾ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਚਾਹੀਦਾ ਕਿ ਅਸੀਂ ਲੋਕਾਂ ਦੀ ਗੱਲ ਸੁਣੀਏ, ਲੋਕ ਕੀ ਚਾਹੁੰਦੇ ਆ। ਜੇ ਲੋਕਾਂ ਨੂੰ ਲੱਗਦਾ ਕਿ ਇਹ ਕਾਨੂੰਨ ਸਾਡਾ ਡੈਥ ਵਾਰੰਟ ਹੈ, ਤੇ ਮੇਰਾ ਖਿਆਲ ਹੈ ਕਿ ਭਾਰਤ ਸਰਕਾਰ ਦੇ ਮੁਖੀ ਨੂੰ, ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਇਹਨੂੰ ਰੱਦ ਕਰਨਾ ਚਾਹੀਦਾ, ਤਾਂ ਜੋ ਕਿਸਾਨਾਂ ਦਾ ਇਹ ਦੁੱਖ ਜਿਹੜਾ ਉਹ ਖਤਮ ਹੋ ਸਕੇ, ਉਹਨਾਂ ਦੀ ਚਿੰਤਾ ਖਤਮ ਹੋ ਸਕੇ, ਉਹਨਾਂ ਨੂੰ ਜਿਹੜਾ ਆਉਣ ਵਾਲਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ ਉਹ ਜਿਹੜਾ ਸੁਖਾਵਾਂ ਹੋ ਸਕੇ। ਮੈਂ ਅਪੀਲ ਕਰਦੀ, ਅਸੀਂ ਇਸੇ ਕਰਕੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਦੇਹ ਸ਼ਿਬਾਬਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਸੰਘਰਸ਼ ਜਿਹੜੇ ਪੰਜਾਬੀ ਲੜਦੇ ਆ, ਖਾਸ ਕਰਕੇ ਦੇਸ਼ ਵਾਸੀ ਲੜਦੇ ਆ, ਜਿਹੜੇ ਸਿੱਖ ਲੜਦੇ ਆ, ਮੈਂ ਇਹ ਕਹਿ ਸਕਦੀ ਹਾਂ ਕਿ ਕੋਈ ਸੰਘਰਸ਼ ਇਹਨਾਂ ਨੇ ਫਤਿਹ ਤੋਂ ਬਗੈਰ ਨਹੀਂ ਛੱਡਿਆ,
ਕੋਈ ਸੰਘਰਸ਼ ਐਸਾ ਨਹੀਂ ਹੋਇਆ ਜਿਹੜਾ ਫੇਲ ਹੋ ਕੇ ਘਰ ਵਿੱਚ ਵਾਪਸ ਆਏ ਹੋਣ। ਜੇਕਰ ਆਪਾਂ ਗੱਲ ਕਰੀਏ ਪਿਛਲੇ ਸਮੇਂ ਦੌਰਾਨ ਇਹ ਬੜੀਆਂ ਗੱਲਾਂ ਉੱਠਦੀਆਂ ਸੀ ਕਿ ਪੰਜਾਬੀ ਤੇ ਸਾਰੇ ਨਸ਼ੇੜੀ ਹੋ ਗਏ, ਇਹ ਤਾਂ ਆਪਣੇ ਇਤਿਹਾਸ ਤੋਂ ਟੁੱਟਦੇ ਜਾ ਰਹੇ ਨੇ, ਪਤਿਤਪੁਣਾ ਬਹੁਤ ਫੈਲ ਗਿਆ। ਪਰ ਹੁਣ ਲੱਗਦਾ ਨਹੀਂਗਾ ਕਿ ਇਸ ਕਿਸਾਨ ਮੋਰਚੇ ਨੇ ਇੱਕ ਵਾਰ ਫਿਰ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਦੇ ਨਾਲ ਜੋੜ ਦਿੱਤਾ। ਜਿਵੇਂ 18ਵੀਂ ਸਦੀ ਦੀ ਗੱਲ ਕਰੀਏ ਤੇ ਸਿੰਘ ਜੰਗਲਾਂ ਬੀਆਬਾਨਾਂ ਵਿੱਚ ਰਹਿੰਦੇ ਸੀ, ਘੋੜਿਆਂ ਦੀ ਕਾਠੀ ਦੇ ਉੱਪਰ ਹੀ ਉਹ ਸੌਂ ਜਾਂਦੇ ਸੀ, ਉਸ ਤੋਂ ਇਲਾਵਾ ਛੋਲੇ ਖਾ ਕੇ ਉਹ ਗੁਜ਼ਾਰਾ ਕਰ ਲੈਂਦੇ ਸੀ। ਲੱਗਦਾ ਨਹੀਂ ਹੁਣ ਇੱਕ ਵਾਰ ਫਿਰ ਇਹ ਜਿਹੜਾ ਨਵਾਂ ਇਤਿਹਾਸ ਸਿਰਜ ਦਿੱਤਾ ਗਿਆ? ਮੈਂ ਤੇ ਬਹੁਤ ਵਾਰ ਕਿਹਾ ਜੀ ਕਿ ਇਸ ਸੰਘਰਸ਼ ਵਿੱਚੋਂ ਸਾਡਾ ਗੌਰਵਮਈ ਇਤਿਹਾਸ ਨਜ਼ਰ ਆ ਰਿਹਾ। ਇਸ ਇਤਿਹਾਸ ਵਿੱਚੋਂ ਸਾਡੀਆਂ ਮਾਵਾਂ ਭੈਣਾਂ ਨੇ ਜੋ ਪਿੱਛੇ ਕੁਰਬਾਨੀਆਂ ਕੀਤੀਆਂ ਸੀ, ਜੋ ਜੰਗ ਦੇ ਮੈਦਾਨ 'ਚ ਲੜ ਕੇ ਆਪਣੀ ਅਣਖ ਤੇ ਗੈਰਤ ਦੀ ਰਾਖੀ ਕੀਤੀ ਸੀ, ਸਾਡੇ ਨੌਜਵਾਨਾਂ ਨੇ ਜੋ ਆਪਣੇ ਟੋਟੇ ਕਰਵਾ ਲਏ ਸੀ, ਸਾਡੇ ਵੱਡੇ ਵਡੇਰਿਆਂ ਨੇ ਚਰਖੜੀਆਂ ਤੇ ਚੜ੍ਹ ਗਏ ਸੀ, ਪਰ ਆਪਣੇ ਧਰਮ ਨੂੰ ਕਦੀ ਆਂਚ ਨਹੀਂ ਆਉਣ ਦਿੱਤੀ, ਆਪਣੇ ਗੌਰਵਮਈ ਇਤਿਹਾਸ ਨੂੰ ਆਂਚ ਨਹੀਂ ਆਉਣ ਦਿੱਤੀ। ਬੰਦ ਕਟਵਾ ਗਏ, ਪਰ ਸਿੱਖ ਇਤਿਹਾਸ ਦਾ ਸੁਨਹਿਰੀ ਇਤਿਹਾਸ ਜਿਹੜਾ ਉਹ ਬਣਾਈ ਰੱਖਿਆ। ਅੱਜ ਵੀ ਜਿਹੜਾ ਪੰਜਾਬੀਆਂ ਦਾ ਇਹ ਗੌਰਵਮਈ ਇਤਿਹਾਸ ਹੈ ਜਾਂ ਸਿੱਖਾਂ ਦਾ ਜਿਹੜਾ ਗੌਰਵਮਈ ਇਤਿਹਾਸ ਹੈ, ਜਿਹੜੇ ਲੋਕ ਕਹਿੰਦੇ ਸੀ ਇਤਿਹਾਸ ਖਤਮ ਹੋ ਗਿਆ ਲੋਕਾਂ ਦੇ ਦਿਲਾਂ ਵਿੱਚੋਂ, ਜਿਹੜੇ ਕਹਿੰਦੇ ਸੀ ਬਾਣੀ ਖਤਮ ਹੋ ਗਈ ਲੋਕਾਂ ਦੇ ਦਿਲਾਂ ਵਿੱਚੋਂ, ਜਿਹੜੇ ਕਹਿੰਦੇ ਸੀ ਨਸ਼ੇੜੀ ਹੋ ਗਏ ਪੰਜਾਬੀ ਸਾਰੇ, ਮੇਰਾ ਖਿਆਲ ਹੈ ਕਿ ਅੱਜ ਇਸ ਸੰਘਰਸ਼ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਪੰਜਾਬੀ ਉਹੀ ਯੋਧੇ ਨੇ, ਉਹੀ ਅਣਖੀ ਨੇ, ਉਹੀ ਗੈਰਤਮੰਦ ਨੇ, ਔਰ ਇਸ ਸੰਘਰਸ਼ ਵਿੱਚ ਹਮੇਸ਼ਾ ਜੂਝ ਕੇ ਲੜ ਸਕਦੇ ਹੈ, ਸਿਦਕ ਨਾਲ ਲੜ ਸਕਦੇ ਹੈ, ਸ਼ਾਂਤਮਈ ਢੰਗ ਨਾਲ ਲੜ ਸਕਦੇ ਹੈ, ਕਿਸੇ ਤੇ ਵਾਰ ਨਹੀਂ ਕਰਦੇ। ਅਤੇ ਜੇ ਭਾਈ ਘਨੱਈਏ ਵਾਂਗੂ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਣਾ ਪਵੇ, ਜਿਹੜੇ ਉਹਨਾਂ ਨੂੰ ਕੁੱਟਣ ਮਾਰਨ ਜਾਂ ਪਾਣੀ ਦੀਆਂ ਵਿਛਾੜਾ ਕਰਨ, ਲਾਠੀਆਂ ਚਲਾਉਣ, ਉਹਨਾਂ ਨੂੰ ਵੀ ਲੰਗਰ ਵੀ ਛਕਾ ਰਹੇ ਹੈ ਔਰ ਉਹਨਾਂ ਦੀਆਂ ਜਲ ਨਾਲ ਸੇਵਾ ਵੀ ਕਰ ਰਹੇ ਹੈ। ਮੈਂ ਸਮਝਦੀ ਹਾਂ ਬਿਲਕੁਲ ਦੁਨੀਆ ਭਰ ਦੇ ਵਿੱਚੋਂ ਜਿਹੜਾ ਕਿਸਾਨਾਂ ਦਾ ਮੋਰਚਾ ਹੈ, ਕਿਸਾਨਾਂ ਦਾ ਧਰਨਾ ਹੈ, ਉਸ ਦਾ ਸਹਿਯੋਗ ਕੀਤਾ ਜਾ ਰਿਹਾ। ਦੁਨੀਆ ਭਰ ਦੀਆਂ ਜਿਹੜੀਆਂ ਸਰਕਾਰਾਂ ਹੈ ਉਹ ਵੀ ਇਹ ਕਹਿ ਰਹੀਆਂ ਨੇ ਕਿ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਕਿਸਾਨਾਂ ਨੂੰ ਪੂਰਾ ਹੱਕ ਹੈ ਉਹ ਧਰਨਾ ਲਗਾ ਸਕਣ, ਉਹ ਆਪਣਾ ਮੋਰਚਾ ਲਗਾ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੌਕੇ 'ਤੇ ਕੀ ਇੰਤਜ਼ਾਮ ਕਰ ਰਹੀ ਹੈ? ਕਿਉਂਕਿ ਸਵਾਲ ਉੱਠ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ, ਇਸ ਦੇ ਵੱਲੋਂ ਵੱਧ ਚੜ੍ਹ ਕੇ ਅੱਗੇ ਕੰਮ ਕਰਨਾ ਚਾਹੀਦਾ, ਜੋ ਕਿ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਦੇਖੋ ਗੁਰੂ ਕੇ ਲੰਗਰ ਦੀ ਸੇਵਾ 25 ਤਰੀਕ ਤੋਂ ਸ਼ੁਰੂ ਕੀਤੀ ਹੋਈ ਹੈ, ਸਾਰੇ ਥਾਵਾਂ ਦੇ ਉੱਤੇ, ਸਾਰੇ ਪੁਆਇੰਟਾਂ ਦੇ ਉੱਤੇ ਲੰਗਰ ਚੱਲ ਰਹੇ ਹੈ। ਮੈਡੀਸਨ ਪੱਖ ਤੋਂ ਸਾਡੀਆਂ 3 ਐਂਬੂਲੈਂਸਾਂ ਉੱਥੇ ਖੜੀਆਂ ਹੋਈਆਂ। ਇਹ ਵੱਖਰੀ ਗੱਲ ਹੈ ਕਿ ਵੱਖ ਥਾਵਾਂ 'ਤੇ ਨੇ, ਕਈ ਵਾਰੀ ਐਂਬੂਲੈਂਸ ਇੱਕ ਥਾਂ ਦੇ ਉੱਤੇ ਖੜੀ ਹੁੰਦੀ ਹੈ, ਦੂਜੇ ਥਾਂ ਦੇ ਉੱਤੇ ਵਿੱਚੋਂ ਨਿਕਲ ਕੇ ਜਾ ਨਹੀਂ ਸਕਦੀ, ਪਰ ਅਸੀਂ ਲਗਾਤਾਰ ਉਹ ਕੰਮ ਕਰ ਰਹੇ ਹਾਂ ਜਿਹੜੀ ਮਨੁੱਖਤਾ ਦੀ ਅਸੀਂ ਹਿੱਸਾ ਪਾ ਸਕੀਏ। ਫਿਰ ਵੀ ਮੈਂ ਕਹਿੰਦੀ ਪੰਜਾਬੀਆਂ ਨੇ ਇਸ ਮੋਰਚੇ ਨੂੰ ਆਪ ਹੀ ਓਨ ਕਰ ਲਿਆ। ਪੰਜਾਬੀ ਘਰ ਦੇ ਵਿੱਚੋਂ ਇੰਨਾ ਰਾਸ਼ਨ ਲਿਜਾ ਰਹੇ ਹੈ ਕਿ ਇੰਨੀ ਸੇਵਾਵਾਂ ਉੱਥੇ ਕਰ ਰਹੇ ਹੈ, ਮੇਰਾ ਖਿਆਲ ਹੈ ਕਿ ਉਸ ਮੋਰਚੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਔਰ ਪੰਜਾਬੀਆਂ ਨੇ ਆਪਣਾ ਇਤਿਹਾਸ ਦੁਹਰਾ ਕੇ ਦੱਸ ਦਿੱਤਾ ਕਿ ਜੇ ਬਾਹਰਲੀਆਂ ਸਟੇਟਾਂ ਵਿੱਚ ਆਫਤ ਆ ਜਾਏ, ਜੇ ਬਾਹਰਲੀਆਂ ਸਟੇਟਾਂ ਵਿੱਚ ਕਿਤੇ ਲੋੜ ਪੈ ਜਾਏ, ਅਸੀਂ ਉੱਥੇ ਪਹੁੰਚਦੇ ਹਾਂ। ਇਹ ਤਾਂ ਸਾਡਾ ਘਰ ਹੈ, ਸਾਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ, ਅਸੀਂ ਆਪਣਾ ਘਰ ਆਪ ਸੰਭਾਲਦੇ ਹਾਂ। ਸੋ ਮੈਂ ਮਹਿਸੂਸ ਕੀਤਾ ਸੀ ਉੱਥੇ, ਕਿਉਂਕਿ ਮੈਂ ਬਾਰ ਬੇਨਤੀ ਕੀਤੀ ਹੈ, ਮੈਨੂੰ ਕਈ ਉੱਥੋਂ ਜਿਹੜੇ ਸਾਡੇ ਯੂਨੀਅਨ ਦੇ ਨੁਮਾਇੰਦੇ ਵੀ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ, ਕਈਆਂ ਨੇ ਮੈਨੂੰ ਵਧਾਈ ਪਿੱਛੋਂ ਸ਼ਬਦ ਕਹੇ, ਅਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਾਡੇ ਲਾਇਕ ਸੇਵਾ ਦੱਸੋ ਕੀ ਹੈ, ਕਿਉਂਕਿ ਉੱਥੇ ਬਹੁਤ ਲੰਗਰ ਜਾ ਰਿਹਾ, ਬੜੇ ਪਦਾਰਥ ਜਾ ਰਹੇ ਹੈ, ਬੜੀਆਂ ਰਸਦਾਂ ਜਾ ਰਹੀਆਂ। ਇਹ ਨਹੀਂ ਸਮਝ ਆਉਂਦੀ ਕਿ ਹੁਣ ਕਿਹੜੀ ਚੀਜ਼ ਅਸੀਂ ਉੱਥੇ ਲੈ ਕੇ ਜਾਈਏ ਜਿਹਦੇ ਨਾਲ ਉਹਨਾਂ ਦੀ ਜਿਹੜੀ ਇਹ ਲੋੜ ਹੈ ਉਹ ਜੇ ਘੱਟ ਹੈ ਤਾਂ ਉਹ ਪੂਰੀ ਹੋ ਸਕੇ। ਮੋਹਕਮ ਸਿੰਘ ਦਾ ਬਿਆਨ ਅੱਜ ਅਖਬਾਰ ਦੇ ਵਿੱਚ ਛਪਿਆ ਹੈ, ਕਹਿੰਦੇ ਵੀ ਸ਼੍ਰੋਮਣੀ ਕਮੇਟੀ ਜੇਕਰ ਬਾਦਲਾਂ ਦੀ ਜਿਹੜਾ ਭਾਸ਼ਣ ਵਾਸਤੇ ਕਰੋੜਾਂ ਰੁਪਈਆ ਸਟੇਜ 'ਤੇ ਖਰਚ ਸਕਦੀ ਹੈ, ਅਤੇ ਇਸ ਮੌਕੇ 'ਤੇ ਕਿਸਾਨਾਂ ਦੇ ਲਈ ਉੱਥੇ ਪੱਕੇ ਤੌਰ 'ਤੇ ਟੈਂਟ ਕਿਉਂ ਨਹੀਂ ਲਗਾ ਦਿੱਤੇ ਜਾਂਦੇ, ਉਹਨਾਂ ਦੀ ਮੁਸ਼ਕਿਲ ਦਾ ਜਿਹੜਾ ਹੱਲ ਹੋ ਸਕੇ। ਚਲੋ ਮੈਂ ਜਵਾਬ ਨਹੀਂ ਜੀ ਇਸ ਗੱਲ ਦਾ ਦੇਣਾ, ਮੈਂ ਇਸ ਮੌਕੇ ਦੇ ਉੱਤੇ ਕਿਸੇ ਨੂੰ ਦੁਬਿਧਾ 'ਚ ਨਹੀਂ ਪੈਣਾ। ਹੋਰ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਕੇ ਤੌਰ 'ਤੇ ਲੰਗਰਾਂ ਦਾ ਉੱਥੇ ਕੀ ਪ੍ਰਬੰਧ ਕਰ ਰਹੀ ਹੈ? ਪੱਕੇ ਤਰ੍ਹਾਂ ਦੇਖੋ, ਪਹਿਲਾਂ ਗੁਰਦੁਆਰੇ 'ਚ ਜਾਂਦਾ ਸੀ, ਪਰ ਲਗਾਤਾਰ ਜਿਸ ਦਿਨ ਮੈਂ ਕੁਰੂਕਸ਼ੇਤਰ ਤੋਂ ਸ਼ੁਰੂ ਕੀਤਾ ਉਸੇ ਦਿਨ ਤੋਂ ਤੰਬੂ ਲੱਗੇ ਹੋਏ ਹੈ, ਉੱਥੇ ਬਕਾਇਦਾ ਟਰਾਲੀਆਂ ਲੱਗੀਆਂ, ਤੰਬੂ ਲੱਗੇ ਹੈ, ਸਾਡੇ ਸੇਵਾਦਾਰ ਉੱਥੇ ਲੱਗੇ ਹੋਏ ਹੈ, ਬੀਬੀਆਂ ਉੱਥੇ ਲੰਗਰ ਪਕਾ ਰਹੀਆਂ ਔਰ ਰਸਦਾ ਉੱਥੇ ਲਿਜਾ ਕੇ ਉੱਥੇ ਸਾਰੇ ਸੇਵਾ ਕੀਤੀ ਜਾ ਰਹੀ ਹੈ। ਪੂਰੀਆਂ ਉੱਥੇ ਐਂਬੂਲੈਂਸ ਖੜੀਆਂ ਨੇ, ਸੇਵਾ ਕੀਤੀ ਜਾ ਰਹੀ ਹੈ। ਅੱਜ ਵੀ ਸਾਡੀਆਂ ਹੁਣੇ ਹੀ ਉੱਥੋਂ ਵੈਨਾਂ ਚੱਲਣਗੀਆਂ, ਗੱਡੀਆਂ ਜਿਹੜੀਆਂ ਕਿ ਟੋਇਲਟਸ ਲੈ ਕੇ ਆਉਣਗੀਆਂ ਬੀਬੀਆਂ ਵਾਸਤੇ, ਬਾਥਰੂਮ ਅਤੇ ਟੋਇਲਟਸ ਗੱਡੀ ਦੇ ਵਿੱਚ ਜਿਹੜੇ ਫਿਕਸ ਹੁੰਦੇ ਹੈ, ਉਹ ਸਾਰਾ ਪ੍ਰਬੰਧ ਅਸੀਂ ਕੀਤਾ, ਕਿਉਂਕਿ 2 ਦਿਨ ਲੱਗ ਗਏ, ਸ਼ਨੀਚਰ ਐਤਵਾਰ ਸੀ, ਉਹ ਦਿਨ ਲੱਗ ਗਏ ਹੈ। ਹੁਣੇ ਅਸੀਂ ਪੈਸੇ ਟ੍ਰਾਂਸਫਰ ਕਰਨ ਲੱਗੇ ਹਾਂ, ਕਿਉਂਕਿ ਉਹਨਾਂ ਨੇ 7 ਦਿਨ ਦਾ ਐਡਵਾਂਸ ਮੰਗਿਆ। ਉਹ ਉੱਥੋਂ ਚੱਲਣਗੀਆਂ, ਉੱਥੇ ਪਹੁੰਚਣਗੀਆਂ, ਕਿਉਂਕਿ ਪਤਾ ਨਹੀਂ ਇਹ ਮੋਰਚਾ ਕਿੰਨੀ ਚਿਰ ਚੱਲਣਾ ਹੈ। ਤੁਹਾਨੂੰ ਕੀ ਲੱਗਦਾ ਭਵਿੱਖ 'ਚ ਕਦੋਂ ਤੱਕ ਚੱਲੇਗਾ? ਕੀ ਲੱਗਦਾ ਇਸ ਦੇ ਰਿਜ਼ਲਟ ਕੀ ਨਿਕਲਣਗੇ, ਕੀ ਨਤੀਜੇ ਨਿਕਲਣਗੇ? ਚਾਹੀਦਾ ਤਾਂ ਇਹ ਹੈ ਕਿ ਭਾਰਤ ਸਰਕਾਰ ਨੂੰ ਇਹ ਪਰਖ ਨਹੀਂ ਕਰਨੀ ਚਾਹੀਦੀ ਸਿੰਘਾਂ ਦੀ।
ਉਹਨਾਂ ਨੂੰ ਕਿਸਾਨਾਂ ਦੀ ਇਹ ਸ਼ਕਤੀ ਦਾ ਨਾ ਜਿਹੜਾ ਇਹ ਪ੍ਰਦਰਸ਼ਨ ਇੰਨਾ ਨਹੀਂ ਲਮਕਾਉਣਾ ਚਾਹੀਦਾ ਕਿ ਜਿਹੜਾ ਉਹਦੇ ਵਾਸਤੇ ਕਿਤੇ ਆਉਣ ਵਾਲੇ ਸਮੇਂ ਵਿੱਚ ਕਿਤੇ ਇਸ ਗੱਲ ਦਾ ਰੂਪ ਹੋਰ ਪਾਸੇ ਦੇ ਦੇਵੇ ਸਰਕਾਰ ਇਹਨੂੰ। ਕਿਉਂਕਿ ਉਹਨਾਂ ਨੇ ਚਾਹਣਾ ਕਿ ਅਸੀਂ ਜੇ ਤਸ਼ੱਦਦ ਨਾਲ ਖਤਮ ਕਰਨ ਲੱਗਣਗੇ, ਜੇ ਕੋਈ ਕਿਸੇ ਢੰਗ ਦੇ ਨਾਲ ਉਹਨਾਂ ਨਾਲ ਜ਼ੁਲਮਾਨਾ ਕਾਰਵਾਈ ਕਰਕੇ ਖਤਮ ਕਰਨਗੇ, ਤੇ ਮੈਂ ਸਮਝਦੀ ਹਾਂ ਕਿ ਫਿਰ ਇਹਦੇ ਵਾਸਤੇ ਬਹੁਤ ਜਿਹੜਾ ਭਿਆਨਕ ਜਿਹੜੀਆਂ ਰੂਪ ਧਾਰ ਜਾਂਦਾ ਹੈ। ਪਰ ਕਿਸਾਨ ਕਿਉਂਕਿ ਉਹ ਧਰਤੀ ਨਾਲ ਜੁੜੇ ਹੋਏ ਲੋਕ ਹੈ, ਉਹ ਲੋਕਾਂ ਦਾ ਦਰਦ ਸਮਝਦੇ ਹੈ। ਉਹਨਾਂ ਨੇ ਅੱਜ ਤੱਕ ਸਿਦਕਤ ਰੱਖੀ ਹੈ, ਇਕੱਠੇ ਹੋ ਕੇ ਲੜ ਰਹੇ ਹੈ, ਕੋਈ ਉੱਥੇ ਪਾਰਟੀਬਾਜ਼ੀ ਦੀ ਗੱਲ ਨਹੀਂ। ਮੈਨੂੰ ਤਾਂ ਸਮਝ ਨਹੀਂ ਆਉਂਦੀ ਜਿਹੜੇ ਕੋਈ ਬੁਲਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਕਿਉਂ ਇਹ ਪਾਰਟੀ ਦੀਆਂ ਗੱਲਾਂ ਕਰਦੇ ਆ। ਇੱਥੇ ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ, ਕੋਈ ਹੋਰ ਪਾਰਟੀ ਨਹੀਂ, ਉੱਥੇ ਸਾਰੇ ਵੀ ਲੱਗੇ ਜਿਹੜੇ ਉਹ ਸਾਰੇ ਪੰਜਾਬੀ ਪਹੁੰਚ ਰਹੇ। ਔਰ ਤੁਸੀਂ ਹੈਰਾਨ ਹੋਵੋਗੇ ਉੱਥੇ ਜਾ ਕੇ ਸਾਰੇ ਹਲਕਿਆਂ ਦੇ ਲੋਕ ਇਕੱਠੇ ਬੈਠੇ ਹੈ, ਭਾਵੇਂ ਕੋਈ ਕਾਂਗਰਸੀ, ਭਾਵੇਂ ਕੋਈ ਅਕਾਲੀ, ਭਾਵੇਂ ਕੋਈ ਕਿਸਾਨੀ, ਮਤਲਬ ਉਹ ਕਿਸਾਨ ਹੈ। ਪਹਿਲਾਂ ਉਹ ਕਿਸਾਨ ਹੈ, ਪਾਰਟੀਆਂ ਫਿਰ ਹੈ, ਕਿਸੇ ਸੰਸਥਾ ਨਾਲ ਜੁੜੇ ਫਿਰ ਹੈ। ਪਹਿਲਾਂ ਉਹ ਕਿਸਾਨ ਬਣ ਕੇ ਬੈਠੇ ਹੈ, ਆਪਣਾ ਬੱਚੇ ਲੈ ਕੇ, ਪਰਿਵਾਰ ਲੈ ਕੇ ਉੱਥੇ ਬੈਠੇ ਹੈ। ਬੀਬੀਆਂ ਭੈਣਾਂ ਉੱਥੇ ਮਰ ਮਿਟਣ ਲਈ ਤਿਆਰ ਹੋਈਆਂ ਪਈਆਂ। ਇਹ ਜਿਹੜਾ ਸੰਘਰਸ਼ ਹੈ, ਭਾਰਤ ਸਰਕਾਰ ਨੂੰ ਚਾਹੀਦਾ ਕਿ ਛੇਤੀ ਇਹਦਾ ਹੱਲ ਕੱਢੇ, ਛੇਤੀ ਉਹਨਾਂ ਨੂੰ ਫਤਿਹ ਪਾਉਣ ਵਾਸਤੇ ਉਹਨਾਂ ਨੂੰ ਮਲਮ ਲਾਵੇ, ਤਾਂ ਜੋ ਆਪਣੇ ਘਰਾਂ ਨੂੰ ਆ ਸਕਣ, ਸੁੱਖ ਸ਼ਾਂਤੀ ਨਾਲ ਬਹਿ ਸਕਣ। ਪਰ ਜੇ ਉਹ ਛੇਤੀ ਫੈਸਲਾ ਨਹੀਂ ਕਰਦੀ ਸਰਕਾਰ, ਇਹ ਉਨੀ ਚਿਰ ਤੱਕ ਸੰਘਰਸ਼ ਨਹੀਂ ਪਿੱਛੇ ਹਟੇਗਾ ਜਿੰਨੀ ਚਿਰ ਤੱਕ ਉਹਨਾਂ ਦੀ ਪ੍ਰਾਪਤੀ ਨਾ ਹੋਵੇ। ਜੇਕਰ ਕਿਸਾਨਾਂ ਦੀ ਗੱਲ ਕਰੀਏ, ਪਹਿਲਾਂ ਰਾਜਨੀਤਿਕ ਆਗੂ ਹੁੰਦੇ ਸੀ, ਉਹ ਮੋਹਰੀ ਹੁੰਦੇ ਸੀਗੇ, ਉਹਨਾਂ ਦੇ ਮਗਰ ਲੱਗਦੇ ਸੀ ਲੋਕ, ਉਹਨਾਂ ਦੀ ਜੋ ਵੀ ਹੁਕਮ ਕਰਦੇ ਸੀ ਫੁੱਲ ਚੜਾਉਂਦੇ ਸੀ। ਪਰ ਇਸ ਵਾਰ ਦੇਖਣ ਨੂੰ ਮਿਲਿਆ ਕਿ ਕਿਸਾਨ ਜਿਹੜੇ ਆਪ ਮੁਹਾਰੇ ਉਸ ਮੋਰਚੇ ਦੇ ਵਿੱਚ ਸ਼ਾਮਲ ਹੋ ਰਹੇ ਨੇ। ਕਿਸੇ ਵੀ ਪਾਰਟੀ ਦਾ ਕੋਈ ਲੀਡਰ ਜਾਂਦਾ ਹੈ, ਉਹਨੂੰ ਬਾਹਲਾ ਲਾਈਕ ਨਹੀਂ ਕਰਦੇ, ਬਾਹਲਾ ਪਸੰਦ ਨਹੀਂ ਕਰਦੇ। ਕੀ ਕਾਰਨ ਹੈ? ਲੋਕ ਲੀਡਰਾਂ ਤੋਂ ਕਿਉਂ ਦੂਰ ਜਾ ਰਹੇ ਨੇ? ਲੀਡਰਾਂ ਦੀ ਕਥਨੀ ਕਰਨੀ ਦੇ ਵਿੱਚ ਫਰਕ ਹੈ ਜਾਂ ਕੀ ਕਾਰਨ ਹੈ? ਦੇਖੋ, ਇਹ ਗੱਲ ਨਹੀਂ ਤੁਸੀਂ ਕਹਿ ਸਕਦੇ, ਕਿਉਂਕਿ ਉੱਥੇ ਇਹ ਗੱਲ ਸਾਰਿਆਂ ਨੇ ਮਨ ਬਣਾਇਆ ਹੋਇਆ ਕਿ ਅਸੀਂ ਉੱਥੇ ਪਾਰਟੀਬਾਜ਼ੀ ਦੀ ਗੱਲ ਹੀ ਨਹੀਂ ਕਰਨੀ। ਉੱਥੇ ਅਸੀਂ ਕੋਈ ਕਿਉਂਕਿ ਕਿਸਾਨ ਯੂਨੀਅਨ ਨੇ ਸ਼ੁਰੂ ਕੀਤਾ ਸੀ, ਉਹਨੂੰ ਅਸੀਂ ਸਾਰਿਆਂ ਨੇ ਸਮਰਥਨ ਕੀਤਾ। ਜਦੋਂ ਅਸੀਂ ਇੱਕ ਵੱਖਰਾ ਕਿਸਾਨ ਮੋਰਚਾ ਕੱਢਿਆ ਸੀ ਮਾਰਚ, ਤੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਸਾਡੇ ਪੈਰਲਲ ਸੰਘਰਸ਼ ਕਰਨ ਲੱਗੇ ਹੈ। ਅਸੀਂ ਫਿਰ ਉਹਨੂੰ ਕਿਹਾ ਕਿ ਨਹੀਂ, ਅਸੀਂ ਵੀ ਕਿਸਾਨ ਹੈ, ਤੁਸੀਂ ਵੀ ਕਿਸਾਨ ਹੋ, ਅਸੀਂ ਇਕੱਠੇ ਹੋ ਕੇ ਲੜਨਾ, ਅਸੀਂ ਕੋਈ ਪਾਰਟੀਬਾਜ਼ੀ ਨਹੀਂ ਬਣਾਉਣੀ। ਸਾਡੇ ਇਹ ਨਾ ਸੋਚਿਓ ਵੀ ਅਸੀਂ ਅੱਗੇ ਲੱਗੀਏ ਤੇ ਸਾਡੀ ਕਿਤੇ ਫਤਿਹ ਆ ਜਾਏ, ਨਹੀਂ, ਅਸੀਂ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦੀ ਫਤਿਹ ਕਰਨੀ ਹੈ। ਅਸੀਂ ਦੇਸ਼ ਦੇ ਕਿਸਾਨਾਂ ਦੇ ਹੱਕ ਮੰਗਦੇ ਹਾਂ। ਅਸੀਂ ਆਪ ਵੀ ਕਿਸਾਨ ਹੈ, ਤੇ ਕਿਸਾਨ ਦਾ ਹੱਕ ਜਦੋਂ ਮਿਲ ਗਿਆ, ਸਮਝੋ ਸਾਨੂੰ ਸਾਰਿਆਂ ਨੂੰ ਹੱਕ ਮਿਲ ਗਏ, ਸਾਰਿਆਂ ਦੇ ਹੱਕ ਬਰਾਬਰ ਹੈ। ਸੋ ਇਸ ਕਰਕੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਪਿੱਛੇ ਲੱਗਾਂਗੇ, ਪੂਰੀ ਸਪੋਰਟ ਕਰਾਂਗੇ, ਔਰ ਪਿੰਡਾਂ 'ਚੋਂ ਅਸੀਂ ਆਪ ਕਹਿ ਕੇ ਲਾਮਬੰਦ ਕਰਕੇ ਵਰਕਰਾਂ ਨੂੰ ਭੇਜ ਰਹੇ ਕਿ ਉੱਥੇ ਜਾ ਕੇ ਬੈਠੋ, ਕਿਉਂਕਿ ਜਿੰਨੇ ਜ਼ਿਆਦਾ ਬੈਠਣਗੇ, ਜਿੰਨੇ ਜ਼ਿਆਦਾ ਉੱਥੇ ਸ਼ਕਤੀ ਬਣੇਗੀ, ਓਨੀ ਭਾਰਤ ਸਰਕਾਰ ਦੇ ਉੱਤੇ ਜ਼ਿਆਦਾ ਬੋਝ ਪਏਗਾ, ਉਹਨਾਂ ਦੇ ਉੱਤੇ ਪ੍ਰੈਸ਼ਰ ਪਏਗਾ, ਦਬਾਅ ਪਏਗਾ। ਤੇ ਜਿੰਨੀ ਤਾਕਤ ਬਣ ਕੇ ਉੱਥੇ ਬੈਠਣਗੇ, ਜੇ ਅਸੀਂ ਆਪਸੀ ਇੱਧਰ ਕਾਂਗਰਸੀ, ਇੱਧਰ ਦੂਜੇ, ਇੱਧਰ ਅਕਾਲੀ, ਇਹਨਾਂ ਫਿਰ ਪ੍ਰੈਸ਼ਰ ਨਹੀਂ ਬਣਦਾ, ਇਹਨਾਂ ਦੁਬਿਧਾ ਪੈਦਾ ਹੁੰਦੀ ਹੈ। ਸੋ ਇਹ ਨਹੀਂ ਕਿ ਲੋਕ ਨਹੀਂ ਪਸੰਦ, ਲੋਕ ਤੇ ਹੈ ਹੀ ਸਾਡੇ ਨੇ, ਸਾਰੇ ਲੋਕ ਤੇ ਪੰਜਾਬ ਦੇ ਹੈ, ਸਾਰੇ ਲੋਕ ਤੇ ਪੰਜਾਬੀ ਬੈਠੇ, ਹਰਿਆਣੇ ਦੇ ਬੈਠੇ ਹੈ ਜਾਂ ਬਾਕੀ ਸਟੇਟਾਂ ਦੇ ਬੈਠੇ ਹੈ। ਉੱਥੇ ਕਿਸੇ ਕਿਸਮ ਦਾ ਕੋਈ ਝੰਡਾ ਲੈ ਕੇ ਨਹੀਂ ਬੈਠਾ। ਕਿਸਾਨ ਦੀ ਗੱਲ ਕਰ ਰਿਹਾ, ਆਮ ਮਜ਼ਦੂਰ ਦੀ ਗੱਲ ਕਰ ਰਿਹਾ, ਵਪਾਰੀ ਦੀ ਗੱਲ ਕਰ ਰਿਹਾ। ਉੱਥੇ ਇਸ ਕਰਕੇ ਕਿ ਕੋਈ ਪਾਰਟੀਬਾਜ਼ੀ ਨਾ ਲੱਗੇ, ਤਾਂ ਮੋਹਰੀ ਲੀਡਰ ਜਿਹੜੇ ਆ ਉਹ ਅੱਗੇ ਨਹੀਂ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉੱਥੇ ਕਿਸਾਨ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ, ਮੋਰਚੇ ਨੂੰ ਸਮਰਪਿਤ ਹੋ ਗਏ, ਅੱਜ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ 7 ਕਿਸਾਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਐਸੇ ਕਿਸਾਨ ਨੇ, ਗਰੀਬ ਗੁਰਸਿੱਖ ਕਿਸਾਨ ਜਿਹੜੇ ਆਤਮ ਹੱਤਿਆ ਕਰ ਲੈਂਦੇ ਨੇ, ਸੁਸਾਈਡ ਕਰ ਲੈਂਦੇ ਨੇ। ਉਹਨਾਂ ਦੇ ਜਿਹੜੇ ਬੱਚੇ ਨੇ ਉਹ ਕਈ ਵਾਰ ਰੁਲਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਚੰਗਾ ਉਪਰਾਲਾ ਹੈ ਕਿ 1-1 ਲੱਖ ਦੀ ਮਦਦ ਕੀਤੀ ਜਾ ਰਹੀ ਹੈ। ਜਿਹੜੇ ਇੱਥੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ, ਉਹਨਾਂ ਦੇ ਪਰਿਵਾਰਾਂ ਵਾਸਤੇ ਵੀ ਅੱਗੇ ਭਵਿੱਖ ਦੇ ਵਿੱਚ ਕੁਝ ਕਰਨ ਦੀ ਯੋਜਨਾ ਹੈ। ਦੇਖੋ, ਸਿੱਖ ਧਰਮ ਵਿੱਚ ਖੁਦਕੁਸ਼ੀ ਦਾ ਕੋਈ ਥਾਂ ਨਹੀਂ। ਸਿੱਖ ਧਰਮ ਖੁਦਕੁਸ਼ੀ ਨੂੰ ਪ੍ਰਵਾਨ ਨਹੀਂ ਕਰਦਾ। ਜੇ ਉਹ ਕਿਸੇ ਮੁਸ਼ਕਿਲ ਵਿੱਚ ਪੈ ਕੇ ਸਰਕਾਰੀ ਤੌਰ 'ਤੇ ਤਸ਼ੱਦਦ ਕਰਕੇ ਚੱਲਦੇ ਹੈ, ਤੇ ਫਿਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਤਾਂ ਇਹ ਕਰ ਸਕਦੇ ਹਾਂ ਕਿ ਕੋਈ ਗਰੀਬ ਵਿਅਕਤੀ ਜਿਹੜਾ ਉਹਦਾ ਬੱਚਾ ਪੜ੍ਹਾਈ ਕਰਦਾ ਹੋਵੇ, ਚੰਗਾ ਇੰਟੈਲੀਜੈਂਟ ਹੋਵੇ, ਉਹਨੂੰ ਅਸੀਂ ਵਿੱਦਿਆ ਦੇਣੀ ਹੋਵੇ, ਉਹ ਵਿੱਦਿਆ ਪੈਸੇ ਖਿਡਾਉਣਾ ਰਹਿ ਜੇ, ਅਸੀਂ ਉਹਦੀ ਮਦਦ ਕਰੀਏ। ਜੇ ਕੋਈ ਗਰੀਬ ਵਿਚਾਰਾ ਇਲਾਜ ਨਹੀਂ ਕਰਾ ਸਕਦਾ, ਅਸੀਂ ਉਹਦਾ ਇਲਾਜ ਕਰ ਸਕੀਏ। ਕੋਈ ਵਿਅਕਤੀ ਦੀ ਪੇਟ ਦੀ ਰੋਟੀ ਨਹੀਂ ਪੂਰੀ ਹੁੰਦੀ, ਅਸੀਂ ਉਹਦੀ ਕੋਈ ਮਦਦ ਕਰ ਸਕੀਏ। ਖੁਦਕਸ਼ੀ ਨੂੰ
ਅਸੀਂ ਨਹੀਂ ਪ੍ਰਵਾਨ ਕਰਦੇ। ਕਮ ਸੇ ਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦਕਸ਼ੀ ਵਾਲੇ ਪਾਸੇ ਕਦੀ ਪ੍ਰਵਾਨ ਨਹੀਂ ਕਰੇਗੀ ਜਿਹੜੀ ਗੁਰਮਤਿ ਦੇ ਖਿਲਾਫ ਹੈ। ਸ਼ਹੀਦੀ ਪੰਦਰਵੜਾ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਿਆਰੀਆਂ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਕਿਉਂਕਿ ਇੱਕ ਪਾਸੇ ਕਿਸਾਨਾਂ ਦਾ ਧਰਨਾ ਹੈ, ਪਤਾ ਨਹੀਂ ਕਦੋਂ ਤੱਕ ਚੱਲਣਾ ਹੈ। ਸੁਭਾਵਿਕ ਹੈ ਜੇ ਲੰਮਾ ਖਿੱਚਿਆ ਜਾਂਦਾ ਹੈ ਤਾਂ ਉਸ ਦਾ ਵੀ ਪ੍ਰਭਾਵ ਜਿਹੜਾ ਸ਼ਹੀਦੀ ਪੰਦਰਵਾੜੇ ਤੇ ਪਏਗਾ, ਪਰ ਕਿਉਂਕਿ ਇਤਿਹਾਸ ਦੇ ਨਾਲ ਜੋੜਨਾ ਵੀ ਆਪਣੇ ਸਿੱਖ ਬੱਚਿਆਂ ਨੂੰ ਜਾਂ ਪੂਰੀ ਦੁਨੀਆ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਵੀ ਜ਼ਰੂਰੀ ਹੈ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ਹੀਦੀ ਪੰਦਰਵਾੜੇ ਲਈ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਨੇ? ਇਤਿਹਾਸਕ ਦਿਹਾੜੇ ਹੋਣ ਜਾਂ ਸਾਡੇ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਕੋਈ ਵੀ ਦਿਹਾੜੇ ਹੋਣ ਜਾਂ ਸਾਡੇ ਗੁਰਧਾਮਾਂ ਦੇ ਨਾਲ ਜਿੰਨੇ ਵੀ ਸਮਾਗਮ ਹੈ ਉਹ ਤੇ ਅਸੀਂ ਕਰਨੇ ਹੀ ਕਰਨੇ ਹੈ, ਉਹ ਚੱਲਣੇ ਹੀ ਹੈ, ਕਿਉਂਕਿ ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੈ, ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਹੈ, ਸਾਡੀਆਂ ਕੁਰਬਾਨੀਆਂ ਸਾਡੀਆਂ ਸ਼ਹੀਦੀਆਂ ਦੇ ਗੌਰਵਮਈ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਹੈ। ਉਹਦੇ ਵਾਸਤੇ ਜਿੱਥੇ ਅੱਜ ਅਸੀਂ ਮਾਝੇ ਦੇ ਸਾਰੇ ਮੈਨੇਜਰਾਂ ਦੀ ਮੀਟਿੰਗ ਰੱਖੀ ਹੈ, ਸਾਰੇ ਕੀਰਤਨੀ ਜਥਿਆਂ ਦੀ ਮੀਟਿੰਗ ਰੱਖੀ ਹੈ, ਜਾਂ ਪ੍ਰਚਾਰ ਪ੍ਰਸਾਰਨ ਕਰਨ ਵਾਸਤੇ ਅਸੀਂ ਮੀਡੀਆ ਤਿਆਰ ਕੀਤਾ ਉਹਨਾਂ ਦੀ ਮੀਟਿੰਗ ਰੱਖੀ ਹੈ। ਇਸੇ ਤਰ੍ਹਾਂ ਅਸੀਂ 9 ਤਰੀਕ ਨੂੰ ਫਤਿਹਗੜ੍ਹ ਸਾਹਿਬ ਜਾ ਕੇ ਮੀਟਿੰਗ ਕਰ ਰਹੀ ਹਾਂ, ਔਰ ਸਾਰੀ ਪਲਾਨ ਜਿਹੜੀ ਹੈ ਅਸੀਂ ਛੇਤੀ 2-4 ਦਿਨਾਂ ਵਿੱਚ ਪਲਾਨ ਬਣਾ ਕੇ ਦੇਵਾਂਗੇ ਤਾਂ ਜੋ ਉਸ ਇਤਿਹਾਸ ਨੂੰ ਅਸੀਂ ਦੁਨੀਆ ਦੇ ਹਰ ਕੰਨ ਤੱਕ ਪਹੁੰਚਾ ਸਕੀਏ, ਹਰ ਅੱਖ ਤੱਕ ਪਹੁੰਚਾ ਸਕੀਏ, ਹਰ ਰਸਨਾ ਤੱਕ ਉਹ ਗੱਲ ਜਾਵੇ ਕਿ ਸੱਚਮੁੱਚ ਹੀ ਜੋ ਕੁਰਬਾਨੀ ਲਾਸਾਨੀ ਸੀ ਉਹਦਾ ਦੁਨੀਆ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੋਣਾ ਚਾਹੀਦਾ, ਜਿਹੜਾ ਹਰ ਇੱਕ ਦੇ ਹਿਰਦੇ ਵਿੱਚ ਵਸ ਜਾਵੇ। ਮੈਂ ਸਮਝਦੀ ਹਾਂ ਕਿ ਅਸੀਂ ਉਹਨਾਂ ਦਾ ਪ੍ਰਚਾਰ ਨਹੀਂ ਕਰ ਸਕਾਂਗੇ ਜੇ ਉਹਨਾਂ ਦੀ ਬਖਸ਼ਿਸ਼ ਨਾ ਹੋਵੇ। ਮੈਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਲੈ ਕੇ ਕਹਾਂਗੀ ਕਿ ਸਾਡੇ ਸਾਰੇ ਐਗਜ਼ੈਕਟਿਵ ਦੇ ਮੈਂਬਰ, ਸਾਡੇ ਸਾਰੇ ਮੈਂਬਰ ਸਾਹਿਬਾਨ, ਸਾਡੇ ਸਾਰੇ ਕਰਮਚਾਰੀ, ਅਧਿਕਾਰੀ, ਮੁਲਾਜ਼ਮ, ਪ੍ਰਚਾਰਕ, ਰਾਗੀਆਂ ਦੇ ਮਨਾਂ 'ਚ ਬੜੇ ਚਾਅ ਨੇ, ਬੜਾ ਉਹਨਾਂ ਦੇ ਮਨ ਵਿੱਚ ਅੱਜ ਵਲਵਲਾ ਹੈ ਕਿ ਸਾਡੇ ਮਨਾਂ ਦੇ ਉੱਤੇ ਬੜਾ ਬੋਝ ਹੈ ਕਿ ਸਾਨੂੰ ਬਹੁਤ ਭੰਡਿਆ ਗਿਆ, ਸਾਡਾ ਬਹੁਤ ਨੁਕਸਾਨ ਹੋਇਆ, ਸਾਡੀ ਪੱਗ ਨੂੰ ਬਹੁਤ ਨੀਵਾਂ ਕੀਤਾ ਗਿਆ। ਅਸੀਂ ਪੱਗ ਬਰਕਰਾਰ ਕਰਨ ਵਾਸਤੇ ਆਪਣੇ ਸਮਾਗਮ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਤਾਂ ਜੋ ਕੌਮ ਦੇ ਵਿੱਚ ਇਸ ਸੰਸਥਾ ਦਾ ਅਕਸ ਜਿਹੜਾ ਉਹੀ ਰਹੇ ਜਿਹੜੀ ਲੋਕਾਂ ਨੇ ਜੋ ਸੋਚ ਕੇ ਬਣਾਈ ਸੀ। ਧੰਨਵਾਦ ਜੀ। ਇਹ ਸਨ ਬੀਬੀ ਜਗੀਰ ਕੌਰ SGPC ਪ੍ਰਧਾਨ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਧਰਨੇ ਦੇ ਉੱਪਰ ਵੀ। ਖਾਸ ਕਰਕੇ ਇਹਨਾਂ ਨੇ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ ਕਿ ਕਿਸਾਨਾਂ ਦੇ ਜਿਹੜੇ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਏ ਤਾਂ ਕਿ ਕਿਸਾਨ ਜਿਹੜੇ ਆ ਆਪਣੀਆਂ ਮੰਗਾਂ ਨੂੰ ਮਨਾ ਕੇ ਤੇ ਆਪਣੇ ਘਰਾਂ ਦੇ ਵਿੱਚ ਸਹੀ ਢੰਗ ਦੇ ਨਾਲ ਸੁੱਖ ਸਾਂਦ ਦੇ ਨਾਲ ਵਾਪਸ ਮੁੜ ਸਕਣ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ, ਜਗਬਾਣੀ TV, ਸ੍ਰੀ ਅੰਮ੍ਰਿਤਸਰ।